ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਦ ਆਨਲਾਈਨ ਕਲਾਸ ਆਫ ਸ਼੍ਰੀ ਦਸ਼ਮੇਸ਼ ਕਨਵੈਂਟ ਸਕੂਲ ਅੱਟੀ। ਬੇਟਾ ਅੱਜ ਆਪਾਂ ਨਵਾਂ ਚੈਪਟਰ ਖਾਣ ਜਾ ਰਹੇ ਹਾਂ। ਕੀ ਨਾਮ ਹੈ? ਲਿਵਿੰਗ ਆਰਗੇਨਿਜ਼ਮਸ ਐਂਡ देयर ਸਰਾਊਂਡਿੰਗਸ। ਇਸ ਚੈਪਟਰ ਬਾਰੇ ਤੁਸੀਂ 4th 'ਚ ਵੀ ਪੜ੍ਹਿਆ, 3rd 'ਚ ਵੀ, 2nd ਤੋਂ ਸ਼ੁਰੂ ਹੋ ਜਾਂਦਾ। ਲਿਵਿੰਗ ਆਰਗੇਨਿਜ਼ਮਸ ਕਿਹੜੇ ਹੁੰਦੇ ਨੇ? ਜਿਹੜੇ ਕਿ ਸਾਹ ਲੈਂਦੇ ਨੇ। ਠੀਕ ਹੈ। ਯੂ ਨੋ ਅਬਾਊਟ ਦ ਡਿਫਰੈਂਸ ਬਿਟਵੀਨ ਲਿਵਿੰਗ ਐਂਡ ਨਾਨ ਲਿਵਿੰਗ ਥਿੰਗਸ? ਯੈਸ, ਯੂ ਨੋ ਬੈਟਰ। ਹੈਵ ਯੂ ਐਵਰ ਬੀਨ ਟੂ ਏ ਹਿਲ ਸਟੇਸ਼ਨ? ਕਦੇ ਤੁਸੀਂ ਪਹਾੜਾਂ 'ਚ ਗਏ ਆ? ਥੋੜ੍ਹੇ ਬੱਚੇ ਜ਼ਰੂਰ ਗਏ ਹੋਣਗੇ। ਯੂ ਮਸਟ ਹੈਵ ਸੀਨ ਦੈਟ ਦ ਲੀਵਸ ਆਫ ਪਲਾਂਟਸ ਫਾਊਂਡ ਦੇਅਰ ਆਰ ਨੀਡਲ ਸ਼ੇਪ। ਉੱਥੇ ਤੁਸੀਂ ਕਿੱਦਾਂ ਦੇ ਪਲਾਂਟਸ ਦੇਖੇ ਆ? ਨੀਡਲ ਸ਼ੇਪ ਤੁਸੀਂ ਪਲਾਂਟਸ ਦੇਖੇ ਨੇ। ਔਨ ਦਾ ਅਦਰ ਹੈਂਡ ਡੈਜ਼ਰਟ ਪਲਾਂਟਸ ਲੀਵਸ ਆਰ ਇਨ ਦਾ ਫਾਰਮ ਆਫ ਸਪਾਈਨਸ। ਜਿਹੜੇ ਡੈਜ਼ਰਟ ਦੇ ਪਲਾਂਟ ਹੁੰਦੇ ਉਹਨਾਂ ਦੇ ਕੰਢੇ ਹੁੰਦੇ ਨੇ ਬਿਲਕੁਲ। Have you ever wondered why can't we live in the water and the fishes on land? In this chapter, let us explore the reasons behind this. ਕਹਿੰਦਾ ਆਪਾਂ ਵੀ ਪਾਣੀ ਦੇ ਵਿੱਚ ਕਿਉਂ ਨਹੀਂ ਰਹਿ ਸਕਦੇ? ਜਿਹੜੀਆਂ ਮੱਛੀਆਂ ਆ ਉਹ ਸੜਕ 'ਤੇ ਕਿਉਂ ਨਹੀਂ ਦੌੜ ਸਕਦੀਆਂ? ਕਮਰਿਆਂ 'ਚ ਕਿਉਂ ਨਹੀਂ ਰਹਿ ਸਕਦੀਆਂ? ਪਾਣੀ 'ਚ ਕਿਉਂ ਰਹਿੰਦੀਆਂ ਨੇ? ਇਹਦੇ ਬਾਰੇ ਆਪਾਂ ਪੜ੍ਹਾਂਗੇ। ਲਿਵਿੰਗ ਐਂਡ ਨਾਨ ਲਿਵਿੰਗ ਥਿੰਗਸ। Many things that we see surround us every day are living. What does it mean to be living? ਆਪਾਂ ਕਹਿੰਦੇ ਆ ਵੀ ਹਾਂਜੀ ਇਹ ਲਿਵਿੰਗ ਥਿੰਗਸ ਆ, ਪਰ ਇਹ ਲਿਵਿੰਗ ਹੋਣ ਦਾ ਕੀ ਮਤਲਬ ਆ? ਹੁਣ ਸਾਹਮਣੇ ਆ ਘੋੜਾ ਖੜਾ ਇੱਥੇ ਆ, ਠੀਕ ਆ। ਇਜ਼ ਇਟ ਏ ਲਿਵਿੰਗ ਥਿੰਗ ਔਰ ਏ ਨੋਨ ਲਿਵਿੰਗ ਥਿੰਗ? ਸਾਹ ਲੈ ਰਿਹਾ ਇਹ ਵਾਲਾ ਘੋੜਾ? ਨਹੀਂ, ਬਿਕੋਜ਼ ਇਟ ਇਜ਼ ਏ ਨੋਨ ਲਿਵਿੰਗ ਥਿੰਗ। You must have seen the puppy grows. Plant in the garden also grow, but have you ever seen your pencil or copy growing, increasing in size? ਤੁਸੀਂ ਦੇਖਦੇ ਆ ਵੀ ਤੁਹਾਡੇ ਘਰ 'ਚ ਤੁਸੀਂ ਕਤੂਰਾ ਪਾਲ ਲਿਆ, ਛੋਟਾ ਜਿਹਾ ਪੱਪੀ ਲਿਆਂਦਾ, ਉਹ 1-2 ਸਾਲਾਂ 'ਚ ਬੜਾ ਹੋ ਜਾਂਦਾ। ਛੋਟਾ ਜਿਹਾ ਤੁਸੀਂ ਆਪਣੇ ਬਰਥਡੇ 'ਤੇ ਕੀ ਆ ਦਰਖਤ ਦਾ ਪੌਦਾ ਲਾਉਂਦੇ ਆ, ਉਹ ਵੀ ਬੜਾ ਹੋਈ ਜਾਂਦਾ ਹੌਲੀ ਹੌਲੀ। ਜਦੋਂ ਨੈਕਸਟ ਈਅਰ ਤੁਹਾਡਾ ਬਰਥਡੇ ਹੋਣਾ ਉਹ ਕਿੰਨਾ ਹੀ ਬੜਾ ਹੋ ਜਾਂਦਾ। ਪਰ ਕਦੇ ਸੋਚਿਆ ਤੁਸੀਂ ਵੀ ਜਿਹੜੀ ਤੁਸੀਂ ਆਪਣੀ ਨੋਟਬੁੱਕ ਲੈ ਕੇ ਆਉਂਦੇ ਆ, ਇੱਕ ਵਾਰ ਤੁਸੀਂ ਨੋਟਬੁੱਕ ਲੈ ਲਈ, ਉਹ ਹੌਲੀ ਹੌਲੀ ਉਹਦੇ ਪੇਜ ਆਪਣੇ ਆਪ ਵਧੀ ਜਾਣ, ਫਿਰ ਤਾਂ ਮੌਜ ਲੱਗ ਜਾਵੇ ਤੁਹਾਨੂੰ, ਹੈ ਨਾ। ਨੋਟਬੁੱਕ ਜ਼ਿਆਦਾ ਵਧੀ ਜਾਂਦੀ। ਪੈਨਸਿਲ ਕਦੇ ਛੋਟੀ ਨਹੀਂ ਹੋ ਰਹੀ, ਪੈਨਸਿਲ ਦਾ ਸਾਈਜ਼ ਵਧੀ ਜਾਂਦਾ ਆ। ਇੱਕ ਵਾਰ ਖਰੀਦੋ, ਸਾਰੀ ਉਮਰ ਮੌਜ। ਪਰ ਇਹ ਚੀਜ਼ ਇੰਪੋਸੀਬਲ ਹੈ, ਇਹ ਨਹੀਂ ਹੋ ਸਕਦਾ। ਹੈਵ ਯੂ ਸੀਨ ਅ ਡੌਗ ਰਨਿੰਗ, ਬਰਡ ਫਲਾਈਂਗ ਐਂਡ ਫਿਸ਼ ਸਵਿਮਿੰਗ, ਬਟ ਹੈਵ ਯੂ ਸੀਨ ਅ ਟੇਬਲ ਮੂਵਿੰਗ ਔਨ ਇਟਸ ਓਨ? ਤੁਸੀਂ ਦੇਖਿਆ ਵੀ ਕੁੱਤੇ ਦੌੜਦੇ ਨੇ, ਮੱਛੀਆਂ ਤੈਰ ਰਹੀਆਂ, ਪੰਛੀ ਉੱਡ ਰਹੇ ਨੇ? ਕਦੇ ਇੱਦਾਂ ਦੇਖਿਆ ਜੀ? ਹਾਂਜੀ, ਜਿਹੜਾ ਟੇਬਲ ਅੱਜ ਤੇ ਚਾਹ ਪੀਂਦੇ ਆ, ਜਿੱਧਰ ਤੁਸੀਂ ਬੈਠੇ ਹੋਗੇ ਉੱਧਰ ਉੱਡ ਕੇ ਆਪਣੇ ਆਪ ਆ ਜਾਵੇ। ਹਾਂ, ਪਰ ਹੋ ਸਕਦਾ ਉਹ ਕਿੱਦਾਂ ਹੋਊਗਾ? ਮਕੈਨੀਕਲ, ਕਿੱਦਾਂ ਇਲੈਕਟ੍ਰੋਨਿਕ ਟੇਬਲ ਬਣ ਕੇ ਹੋ ਸਕਦਾ। ਪਰ ਜਿਹੜਾ ਆਪਣੇ ਘਰੇ ਮੈਨੂਅਲ ਟੇਬਲ ਪਿਆ ਆ ਲੱਕੜੀ ਦਾ, ਉਹ ਰੁੜ ਕੇ ਨਹੀਂ ਆਊਗਾ। ਫਿਰ ਤਾਂ ਮੌਜ ਲੱਗ ਜਾ ਕਰਨੀ ਤੁਹਾਨੂੰ, ਹੈ ਨਾ। ਮਦਰ ਨੇ ਕੀ ਆ, ਰੋਟੀ ਬਣਾਈ ਰਸੋਈ ਵਿੱਚ, ਟੇਬਲ 'ਤੇ ਰੱਖੀ ਪਲੇਟ, ਤੁਸੀਂ ਕਿਹਾ ਟੇਬਲ ਇੱਧਰ ਆ ਜਾ, ਰੋਟੀ ਲਿਆ, ਆਪਣੇ ਆਪ ਰੋਟੀ ਤੁਹਾਡੇ ਕੋਲ ਆ ਜਾਣੀ। ਪਰ ਇਹ ਇੰਪੋਸੀਬਲ ਹੈ, ਇਹ ਨਹੀਂ ਹੋ ਸਕਦਾ, ਬਿਕੋਜ਼ ਇਟ ਇਜ਼ ਏ ਨੋਨ ਲਿਵਿੰਗ ਥਿੰਗ। Based on characteristics like growth, movement, things around us divided into 2 categories. Living things ਤੁਹਾਨੂੰ ਦੱਸ ਚੁੱਕੇ ਜਿਹੜੇ ਸਾਹ ਲੈਂਦੇ ਨੇ, plants, animal and other. Non living ਕੀ ਆ? stone, pencil, chair, book, ਆਪਣੀਆਂ bricks ਹੋ ਗਈਆਂ, ਠੀਕ ਆ, ਮਕਾਨ ਹੋ ਗਏ ਨੇ। These are all non living things. Characteristics ਕੀ ਇਹਦੇ, ਕੀ ਇਹਦੀਆਂ ਵਿਸ਼ੇਸ਼ਤਾਈਆਂ ਨੇ? ਲਿਵਿੰਗ ਥਿੰਗਸ ਨੂੰ ਕੀ ਆ? ਜਿਉਣ ਲਈ ਭੋਜਨ ਦੀ ਲੋੜ ਪੈਂਦੀ ਆ। They need food for growth. Living things show growth. ਜਿਹੜੇ ਲਿਵਿੰਗ ਥਿੰਗਸ ਆ ਉਹ ਕੀ ਆ? ਗਰੋਥ ਸ਼ੋ ਕਰਦੇ। ਕਿਵੇਂ? ਤੁਸੀਂ ਫਸਟ ਕਲਾਸ 'ਚ ਇੱਥੇ ਲੱਗੇ, ਠੀਕ ਆ, ਉਦੋਂ ਤੁਹਾਡੀ ਯੂਨੀਫਾਰਮ ਲੈ ਲਈ, ਠੀਕ ਆ, ਸੈਕਿੰਡ ਵਿੱਚ ਵੀ ਪੈ ਗਈ, ਫਿਰ ਥਰਡ ਵਿੱਚ ਫਿਰ ਟਾਈਟ ਹੋ ਗਈ ਤੁਹਾਡੀ। ਕਿਵੇਂ ਹੋ ਗਏ ਇਹ? ਕਿਉਂਕਿ ਤੁਸੀਂ ਗਰੋ ਕਰ ਲੱਗ ਗਏ ਆ। ਛੋਟੇ ਹੁੰਦਿਆਂ ਦੇ ਕੱਪੜੇ ਤੁਹਾਡੇ ਸਾਰੇ ਟਾਈਟ ਹੋ ਜਾਂਦੇ ਨੇ, ਫਿਰ ਤੁਸੀਂ ਕੀ ਕਰਦੇ? ਨਵੇਂ ਕੱਪੜੇ ਬਾਏ ਕਰਦੇ ਆ। ਵਾਈ? ਬਿਕੋਜ਼ ਯੂ ਆਰ ਗਰੋਇੰਗ ਈਅਰ ਬਾਈ ਈਅਰ, ਠੀਕ ਹੈ। ਲਿਵਿੰਗ ਬੀਇੰਗਸ ਯੂਜਲੀ ਡੂ ਨਾਟ ਰਿਮੇਨ ਐਟ ਦ ਸੇਮ ਸਾਈਜ਼। ਤੁਹਾਨੂੰ ਦੱਸ ਚੁੱਕਿਆ ਮੈਂ। ਸੇਮ ਐਕਟੀਵਿਟੀ ਆ। ਐਕਟੀਵਿਟੀ ਕੀ ਆ? ਆਪਣੇ ਘਰ ਵਿੱਚ ਤੁਸੀਂ ਕੀ ਕਰਨਾ? ਛੋਟੇ ਜਿਹੇ ਗਮਲੇ ਦੇ ਵਿੱਚ ਕੋਈ ਵੀ ਆਪਣਾ ਬੀਜ ਬੋ ਦੇਣਾ ਆ, ਠੀਕ ਹੈ ਬੇਟਾ। ਫੋਰ ਐਗਜ਼ਾਮਪਲ ਗ੍ਰੈਮ ਦਾ ਬੀਜ ਹੋ ਗਿਆ, ਛੋਲਿਆਂ ਦਾ ਬੀਜ ਹੋ ਗਿਆ, ਉਹ ਛੇਤੀ ਉੱਗ ਜਾਂਦਾ ਆ, ਜਾਂ ਫਿਰ ਮੱਕੀ ਦਾ ਬੀਜ ਹੋ ਗਿਆ, ਠੀਕ ਆ।
ਫਿਰ ਉਹਨੂੰ ਪਾਣੀ ਪਾਉਣਾ, ਥੋੜ੍ਹੇ ਦਿਨ ਬਾਅਦ ਸੀਡਲਿੰਗ ਹੋਣੀ ਆ, ਫਿਰ ਜਰਮੀਨੇਸ਼ਨ ਹੋਣ ਤੋਂ ਬਾਅਦ ਫਿਰ ਉਹਨੇ ਬਾਹਰ ਨਿਕਲਣਾ, ਉਹ ਤੋਂ ਕੀ ਪਤਾ ਲੱਗਾ ਉਹਦੀ ਗਰੋਥ ਹੋ ਰਹੀ ਆ। ਅੱਗੇ ਆ ਗਿਆ ਲਿਵਿੰਗ ਥਿੰਗਸ ਬੀਇੰਗ ਇੰਸਪਾਇਰ। ਕਿਵੇਂ ਸਾਹ ਲੈਂਦੇ ਨੇ ਲਿਵਿੰਗ ਥਿੰਗਸ? ਸਾਰੇ ਹੀ ਸਾਹ ਲੈਂਦੇ ਨੇ। ਜੇ ਸਾਹ ਨਾ ਲਿਆ ਜਾਵੇ ਤਾਂ ਆਪਾਂ ਮਰ ਜਾਈਏ, ਠੀਕ ਆ। ਬਰੀਥਿੰਗ ਆਪਾਂ ਕਰਦੇ ਹਾਂ, ਸਾਹ ਅੰਦਰ ਜਾਂਦਾ ਬਾਹਰ ਆਉਂਦਾ, ਕਾਰਬਨ ਡਾਈਆਕਸਾਈਡ ਆਪਾਂ ਅੰਦਰ ਲੈ ਕੇ ਜਾਂਦੇ ਹਾਂ, ਕਾਰਬਨ ਡਾਈਆਕਸਾਈਡ ਆਪਾਂ ਐਕਸੇਲ ਕਰਦੇ ਹਾਂ, ਆਕਸੀਜਨ ਆਪਾਂ ਅੰਦਰ ਲੈ ਕੇ ਜਾਂਦੇ ਹਾਂ। ਇਹ ਕਾਹਦਾ ਪਾਰਟ ਆ? ਦਿਸ ਅ ਪਾਰਟ ਆਫ ਰੈਸਪੀਰੇਸ਼ਨ। ਰੈਸਪੀਰੇਸ਼ਨ 'ਚ ਕੀ ਆ? ਸਮ ਆਫ ਦਾ ਆਕਸੀਜਨ ਪ੍ਰੈਜ਼ੈਂਟ ਇਨ ਦਾ ਏਅਰ ਵੀ ਬਰੀਥ ਇਨ ਯੂਜ਼ਡ ਫॉर ਬੋਡੀ, ਦਿਸ ਆਕਸੀਜਨ ਹੈਲਪ ਇਨ ਆਕਸੀਡੇਸ਼ਨ ਆਫ ਫੂਡ। ਜਿਹੜੀ ਰੋਟੀ ਆਪਣੇ ਅੰਦਰ ਜਾਂਦੀ ਆ, ਆਪਾਂ ਕਹਿੰਦੇ ਨਾ ਰੋਟੀ ਸਾਡੀ ਅੰਦਰ ਪੱਕਦੀ, ਅੰਦਰ ਜਾ ਕੇ ਵੀ ਪੱਕਦੀ। ਕਿਵੇਂ ਪੱਕਦੀ? ਅੰਦਰ ਕੀ ਆਪਣੇ ਅੰਦਰ ਪੇਟ ਦੇ ਵਿੱਚ ਅਗਨੀ ਹੁੰਦੀ, ਅੱਗ ਲੱਗਦੀ ਆ ਵਿਦ ਦ ਹੈਲਪ ਆਫ ਆਕਸੀਜਨ। ਜਿਹੜਾ ਫੂਡ ਆਪਣਾ ਡਾਈਜੈਸਟ ਹੁੰਦਾ। ਦ ਪ੍ਰੋਸੈਸ ਆਫ ਬਰੀਥਿੰਗ ਇਨ ਐਨੀਮਲਸ ਲਾਈਕ ਕਾਊਜ਼, ਬਫਲੋਜ਼, ਬਰਡਸ, ਕੈਟ ਇਜ਼ ਸਿਮਿਲਰ ਟੂ ਹਿਊਮਨ। They all have lungs for breathing. If you observe any animal while it is taking rest, you can see the movements of abdominal which happens due to breathing. ਇਹਦਾ ਬਟ ਢਿੱਡ ਤੇ ਹੱਥ ਰੱਖਦੇ ਸੁੱਤੇ ਪਏ ਆ, ਠੀਕ ਆ, ਉੱਪਰ ਥੱਲੇ ਹੁੰਦਾ ਹੈ, ਆਪਾਂ ਸਾਹ ਲੈ ਰਹੇ ਆ। However, some animals have different mechanism. For example, earthworm ਕਿੱਦਾਂ ਆ? ਆਪਣੀ ਚਮੜੀ ਨਾਲ ਸਾਹ ਲੈਂਦੇ ਨੇ। ਮੱਛੀਆਂ ਗਿਲਸ ਰਾਹੀਂ ਸਾਹ ਲੈਂਦੀਆਂ, ਠੀਕ ਹੈ। Plants also ਰਿਸਪਾਇਰ। ਕੀ ਕਰਦੇ ਪਲਾਂਟਸ? ਹੁਣ ਕਹਿੰਦੇ ਪਲਾਂਟਸ ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਤੇ ਆਕਸੀਜਨ ਬਾਹਰ ਕੱਢਦੇ ਨੇ। ਕਿਵੇਂ ਹੁੰਦਾ? ਇਹਨਾਂ ਪੱਤੇ ਦੇ ਥੱਲੇ ਛੋਟੇ ਛੋਟੇ ਸੇਕ ਹੁੰਦੇ ਨੇ, ਆਪਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਇਹ ਦੀਜ਼ ਆਰ ਕਾਲਡ ਸਟੋਮੇਟਾ, ਠੀਕ ਆ। ਦ ਅਮਾਊਂਟ ਆਫ ਆਕਸੀਜਨ ਰਿਲੀਜ਼ ਇਨ ਦ ਪ੍ਰੋਸੈਸ ਆਫ ਫੋਟੋਸਿੰਥੇਸਿਸ ਇਜ਼ ਮਚ ਮੋਰ ਦੈਨ ਦ ਅਮਾਊਂਟ ਆਫ ਆਕਸੀਜਨ ਯੂਜ਼ ਇਨ ਰੈਸਪੀਰੇਸ਼ਨ। ਇਸੇ ਕਰਕੇ ਆਪਾਂ ਬਚੇ ਹਾਂ, ਕਿਉਂਕਿ ਆਕਸੀਜਨ ਬਹੁਤ ਪ੍ਰੋਡਿਊਸ ਕਰਦੇ ਨੇ ਪਲਾਂਟਸ। ਆਲ ਲਿਵਿੰਗ ਬੀਇੰਗਸ ਰਿਸਪੌਂਡ ਟੂ ਸਟੀਮੂਲਾਈ। ਕੀ ਹੁੰਦਾ ਜਦੋਂ ਆਪਾਂ ਕੀ ਕਰਦੇ ਹਾਂ? ਆਪਣੇ ਕੋਈ ਚੁੰਡੀ ਵੱਢ ਜਾਵੇ, ਠੀਕ ਆ, ਆਪਣੇ ਕੀ ਆ, ਆਪਾਂ ਨੂੰ ਦਰਦ ਮਹਿਸੂਸ ਹੁੰਦਾ, ਨੰਗੇ ਪੈਰੀਂ ਆਪਾਂ ਜਾਈ ਕਿਤੇ ਕੰਢੇ ਲੱਗ ਜਾਂਦੇ ਨੇ, ਠੀਕ ਆ। ਇੱਕਦਮ ਆਪਾਂ ਬਾਹਰ ਖੇਡਣ ਲੱਗੇ ਧੁੱਪੇ, ਤੁਹਾਡੇ ਮਦਰ ਕਹਿੰਦੇ ਬੇਟਾ ਅੰਦਰ ਆ ਜਾਓ, ਕਹੋ ਗਰਮੀ ਆ। ਇੱਕਦਮ ਤੁਸੀਂ ਬੇਟਾ ਆਪਣੇ ਕਮਰੇ 'ਚ ਜਾਂਦੇ ਹੋ, ਤੁਸੀਂ ਦੇਖਦੇ ਬਿਲਕੁਲ ਹੀ ਹਨੇਰਾ ਦਿਖਦਾ, ਤੁਹਾਡੀ ਅੱਖਾਂ ਬੰਦ ਹੋ ਜਾਂਦੀਆਂ। ਦਿਸ ਇਜ਼ ਇਹ ਨੈਚੁਰਲ ਪ੍ਰੋਸੈਸ ਹੈ, ਕੁਦਰਤੀ ਤੌਰ 'ਤੇ। ਜੇ ਇੱਦਾਂ ਹੋਵੇ ਨਹੀਂ ਤਾਂ ਆਪਣੀਆਂ ਅੱਖਾਂ ਖਰਾਬ ਹੋ ਜਾਣ। ਇਹ ਕਿਵੇਂ ਹੋਇਆ? ਇਹ ਆਪਣੀ ਬੋਡੀ ਨੇ ਕੀਤਾ। ਚੇਂਜ ਇਨ ਇਨਵਾਇਰਮੈਂਟ ਮੇਕ ਆਰਗੈਨਿਜ਼ਮ ਰਿਐਕਟ ਟੂ ਦੈਮ ਇਜ਼ ਕਾਲਡ ਸਟੀਮੂਲਾਈ। ਸਟੀਮੂਲਾਈ ਦੀ ਡੈਫੀਨੇਸ਼ਨ ਕੀ ਆ? ਵੀ ਜਦੋਂ ਇਨਵਾਇਰਮੈਂਟ 'ਚ ਕੋਈ ਵੀ ਚੇਂਜ ਆਉਂਦੀ ਆ, ਬੋਡੀ ਆਪਣੇ ਆਪ ਨੂੰ ਰਿਐਕਟ ਕਰਦੀ ਆ, ਦੈਟ ਇਜ਼ ਕਾਲਡ ਸਟੀਮੂਲਾਈ। Like human beings, do other animals stimuli? Yes. ਬਾਕੀ ਐਨੀਮਲ ਵੀ ਕੀ ਆ? ਸਟੀਮੂਲਾਈ ਕਰਦੇ। ਕਿਵੇਂ? ਰਾਤ ਨੂੰ ਕੋਕਰੋਚ ਬਾਹਰ ਨਿਕਲ ਆਉਂਦੇ ਨੇ, ਰਾਤ ਨੂੰ ਉੱਲੂ ਬਾਹਰ ਨਿਕਲਦਾ, ਦਿਨੇ ਨਹੀਂ ਬਾਹਰ ਜਾਂਦਾ, ਠੀਕ ਆ। ਜਦੋਂ ਕੋਈ ਆਪਣਾ ਬੇਗਾਨੇ ਨੂੰ ਦੇਖਦੇ ਹਾਂ ਆਪਾਂ, ਜਿਹੜਾ ਕੁੱਤਾ ਰੱਖਿਆ ਘਰੇ, ਉਹਨੂੰ ਜ਼ਰੂਰ ਭੌਂਕਦਾ ਸਟ੍ਰੇਂਜਰ ਕੋਈ ਆਉਂਦਾ, ਠੀਕ ਆ। ਦਿਸ ਆਲ ਇਜ਼ ਅ ਪਾਰਟ ਆਫ ਸਟੀਮੂਲਾਈ। ਅੱਗੇ ਆ ਗਿਆ ਲਿਵਿੰਗ ਆਰਗੈਨਿਜ਼ਮਸ ਐਕਸਕ੍ਰੀਟ। ਜੋ ਆਪਾਂ ਖਾਂਦੇ ਪੀਂਦੇ ਹਾਂ ਬੇਟਾ, ਉਹ ਹੌਲੀ ਹੌਲੀ ਜਿਹੜਾ ਪਚ ਕੇ ਆ ਨਾ, ਜਿਹੜਾ ਰਹਿੰਦ ਖੂੰਹਦ ਰਹਿ ਜਾਂਦੀ, ਇਹਨੂੰ ਫੋਕਟ ਕਹਿੰਦੇ ਆਪਾਂ, ਉਹ ਸਵੇਰੇ ਵਾਸ਼ਰੂਮ ਜਾ ਕੇ ਐਕਸਕ੍ਰੀਟ ਕਰ ਦਿੰਦੇ ਆ। ਦੀਜ਼ ਆਲ ਇਜ਼ ਅ ਪਾਰਟ ਆਫ ਲਿਵਿੰਗ ਆਰਗੈਨਿਜ਼ਮ। ਲਿਵਿੰਗ ਬੀਇੰਗ ਸਾਰੇ ਐਨੀਮਲਸ ਵੀ ਐਕਸਕ੍ਰੀਟ ਕਰਦੇ ਨੇ, ਹਿਊਮਨ ਬੀਇੰਗ ਵੀ ਐਕਸਕ੍ਰੀਟ ਕਰਦੇ ਨੇ, ਠੀਕ ਹੈ ਬੇਟਾ। ਅੱਗੇ ਆ ਗਿਆ ਲਿਵਿੰਗ ਬੀਇੰਗ ਰੀਪਰੋਡਿਊਸ ਦੇਅਰ ਓਨ ਕਾਈਂਡ। ਲਿਵਿੰਗ ਬੀਇੰਗਸ ਕੀ ਹੁੰਦੇ ਆ? ਜਿੱਦਾਂ ਅੱਗੇ ਲਿਵਿੰਗ ਬੀਇੰਗਸ, ਠੀਕ ਆ, ਉਹਨਾਂ ਦੇ ਅੱਗੇ ਬੱਚੇ ਪੈਦਾ ਹੋਊਗੇ, ਉਹਨਾਂ ਦੇ ਅੱਗੇ ਬੱਚੇ ਪੈਦਾ ਹੋਊਗੇ। ਇਸੇ ਤਰ੍ਹਾਂ ਡੌਗਸ ਦੇ ਕੀ ਆ, ਠੀਕ ਆ, ਆਪਣੇ ਬਿੱਲੀਆਂ ਦੇ ਬਲੂੰਗੜੇ ਆਉਂਦੇ ਨੇ। ਇਸੇ ਤਰ੍ਹਾਂ ਪਲਾਂਟਸ ਦੇ ਵੀ ਆਪਣੇ ਅੱਗੇ ਬੱਚੇ ਪੈਦਾ ਹੁੰਦੇ ਨੇ, ਉਹਨਾਂ ਦੇ ਆਪਣੇ ਸੀਡਸ ਰਾਹੀਂ, ਠੀਕ ਆ। ਆਲ ਲਿਵਿੰਗ ਬੀਇੰਗਸ ਮੂਵ। ਸਾਰੇ ਲਿਵਿੰਗ ਬੀਇੰਗਸ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਮੂਵ ਕਰਦੇ ਨੇ। ਡੂ ਪਲਾਂਟਸ ਆਲਸੋ ਮੂਵ। ਹੁਣ ਇਹ ਗੱਲ ਆ ਗਈ ਹੈ ਨਾ ਵੀ ਪਲਾਂਟਸ ਵੀ ਲਿਵਿੰਗ ਬੀਇੰਗਸ ਆ, ਫਿਰ ਤਾਂ ਪਲਾਂਟਸ ਵੀ ਦੌੜਨੇ ਚਾਹੀਦੇ ਨੇ। ਪਲਾਂਟਸ ਕੈਨ ਨਾਟ ਮੂਵ ਫਰੋਮ ਵਨ ਪਲੇਸ ਟੂ ਅਨਦਰ ਐਜ਼ ਦੇ ਆਰ ਐਂਕਰਡ ਇਨ ਦਾ ਸੋਇਲ। ਕਿਉਂ ਨਹੀਂ ਦੌੜ ਸਕਦੇ ਵਿਚਾਰੇ? ਉਹਨਾਂ ਦੀ ਜੜ੍ਹਾਂ ਨੂੰ ਕੀ ਆ? ਬੰਨ੍ਹ ਲਿਆ ਗਿਆ ਆ ਜ਼ਮੀਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਜਿਉਣ ਲਈ ਪਾਣੀ ਦੀ ਲੋੜ ਆ, ਮਿਨਰਲ ਦੀ ਲੋੜ ਆ। ਕਿੱਥੋਂ ਮਿਲੂਗਾ ਉਹਨਾਂ ਨੂੰ? ਜ਼ਮੀਨ ਰਾਹੀਂ ਹੀ ਮਿਲੂਗਾ। Besides, plants also show some movement like opening and closing of flower is respond to certain stimuli.
ਜਦੋਂ ਫਲਾਰ ਨਿਕਲਦਾ ਆ, ਠੀਕ ਆ, ਫਲਾਰ ਇਕੱਠਾ ਹੋ ਜਾਂਦਾ ਜਿੱਦਾਂ ਸਨਫਲਾਰ ਆ, ਉਹ ਕੀ ਆ, ਸਟਿਮੂਲੇਟ ਮੂਵਮੈਂਟ ਕੀ ਆ, ਉਹ ਆਪਣੀ ਮੂਵਮੈਂਟ ਕਰਦੇ ਨੇ, ਠੀਕ ਹੈ ਨਾ। ਜਦੋਂ ਕੋਈ ਫਰੂਟ ਲੱਗਣ ਵਾਲਾ ਹੁੰਦਾ, ਫਰੂਟ ਬੜਾ ਹੋ ਜਾਂਦਾ, ਉਹ ਵੀ ਇੱਕ ਤਰ੍ਹਾਂ ਦੀ ਮੂਵਮੈਂਟ ਉਹਨਾਂ ਦੀ, ਠੀਕ ਹੈ। ਅੱਗੇ ਆ ਗਿਆ ਔਰਗੈਨਿਜ਼ਮ ਐਂਡ ਦੇਅਰ ਸਰਾਊਂਡਿੰਗਸ, ਇਹ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਹਾਂਜੀ ਬੇਟਾ, ਜੇ ਇੱਥੇ ਤੱਕ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ, ਯੂ ਕੈਨ ਮੈਸੇਜ ਮੀ ਔਰ ਕਾਲ ਮੀ ਇਨ ਬਿਟਵੀਨ 8 AM to 1 PM on school working days. Thank you. Have a nice day.